वाहेगुरु जी का खालसा वाहेगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਨਵੀਂ ਕਿਤਾਬ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਪ੍ਰਤੱਖ ਹਰ ਜੀਵਨੀ ਗੁਰੂ ਅਰਜਨ ਦੇਵ ਜੀ। ਲੇਖਕ ਸਤਬੀਰ ਸਿੰਘ। ਤੈਂ ਜਨਮਤ ਗੁਰਮਤਿ ਬ੍ਰਹਮ ਪਛਾਣਿਓ ਚੌਥਾ ਐਡੀਸ਼ਨ ਛਾਪਾਉਣ ਤੇ। ਗੁਰੂ ਅਰਜਨ ਦੇਵ ਜੀ ਐਸੇ ਗੁਰਪਾਤਸ਼ਾਹ ਹਨ ਜਿਨ੍ਹਾਂ ਦਾ ਜਨਮ ਹੀ ਗੁਰ ਵਾਤਾਵਰਨ ਵਿੱਚ ਹੋਇਆ। ਪਲੇ ਨਾਨਾ ਗੁਰੂ ਅਮਰਦਾਸ ਜੀ ਦੀ ਗੋਦੀ ਅਤੇ ਪ੍ਰਵਾਨ ਪਿਤਾ ਗੁਰੂ ਰਾਮਦਾਸ ਜੀ ਪਾਸ ਰਹਿ ਚੜੇ। ਪੰਚਮ ਪਿਤਾ ਦੀ ਕਰਨੀ ਦੇਖ ਹੀ ਭੱਟ ਕਲਸਹਾਰ ਨੇ ਕਿਹਾ ਸੀ, ਤੈਂ ਜਨਮਤ ਗੁਰਮਤਿ ਬ੍ਰਹਮ ਪਛਾਣਿਓ। ਗੁਰੂ ਨਾਨਕ ਦੇਵ ਜੀ ਨੇ ਬਸੰਤ ਰਾਗ ਵਿੱਚ ਫਰਮਾਇਆ ਹੈ ਕਿ ਸੰਸਾਰ ਨੂੰ ਅਜੇ ਤੱਕ ਇਹ ਸੂਝ ਨਹੀਂ ਆਈ ਕਿ ਅੰਦਰ ਅਗਨ ਹੁੰਦੇ ਵੀ ਖਿੜਨਾ ਕਿਵੇਂ ਹੈ, ਸਾਗਰ ਵਰਗਾ ਵਿਸ਼ਾਲ ਹੋ ਕੇ ਸਮੀਚੇ ਕਿਵੇਂ ਰਹਿਣਾ ਹੈ ਅਤੇ ਤਪਸ਼ ਦੇ ਸੋਮੇ ਲਾਗੇ ਰਹਿ ਸ਼ੀਤਲਤਾ ਕਾਇਮ ਕਿਵੇਂ ਰੱਖਣੀ ਹੈ। ਭੀਤਰ ਅਗਨ ਬਨਾਸਪਤ ਮਿਊਲੀ ਸਾਗਰ ਪੰਡੇ ਪਾਇਆ, ਚੰਦਰ ਸੂਰਜ ਦੋਏ ਘਰ ਹੀ ਭੀਤਰ ਐਸਾ ਗਿਆਨ ਨਾ ਪਾਇਆ। ਇਸ ਗਿਆਨ ਦੇ ਪਾਵਨਹਾਰੇ ਦੀ ਪ੍ਰਤੱਖ ਮੂਰਤ ਪ੍ਰਤੱਖ ਹਰ ਗੁਰੂ ਅਰਜਨ ਦੇਵ ਜੀ ਹੀ ਸਨ। ਕਿਹੜਾ ਸੀ ਜੋ ਤੱਤਾ ਨਹੀਂ ਹੋਇਆ, ਜਰਾ ਤੱਕੋ ਖਾਂ ਜਹਾਂਗੀਰ ਤੱਤਾ, ਸ਼ਹਿਜ਼ਾਦਾ ਖੁਰਮ ਗਰਮ ਮੁੱਲਾਂ ਤੱਤੇ, ਭਗਤ ਕਾਨਾ ਵਰਗੇ ਅੱਗ ਬਗੋਲੇ, ਅਨਾਇਤ ਖਾਂ ਤੱਤਾ, ਕੁਲੀਜ ਖਾਂ ਗਰਮ, ਸੂਲਹੀ ਤੱਤਾ, ਸੁਲਬੀ ਉਬਲਿਆ ਹੋਇਆ, ਵੱਡਾ ਭਰਾ ਪ੍ਰਿਥੀ ਚੰਦ ਤੱਤਾ, ਭਰਜਾਈ ਕਰਮੋ ਤੱਤੀ, ਮਹੀਨਾ ਜੇਠ ਦਾ ਤੱਤਾ, ਅੱਗ ਤੱਤੀ, ਪਾਣੀ ਉਬਲਦਾ, ਦੇਗ ਉਬਾਲੇ ਖਾਂਦੀ, ਰੇਤ ਤੱਤੀ, ਰੇਤ ਪਾਉਣ ਵਾਲਾ ਪੜਪੂੰਜਾ ਤੱਤਾ, ਇੱਥੋਂ ਤੱਕ ਕਿ ਮੀਆਂ ਮੀਰ ਵਰਗਾ ਵੀ ਤੱਤਾ ਹੋ ਗਿਆ। ਪਰ ਸਿਰਫ ਜੋ ਕੋਈ ਠੰਡਾ ਹੈ ਤਾਂ ਗੁਰੂ ਅਰਜਨ ਦੇਵ ਜੀ। ਸੋ ਮੈਂ ਮਹਿਸੂਸ ਪਿਆ ਕਰਦਾ ਹਾਂ ਕਿ ਅੱਜ ਦੇ ਝੁਲਸੇ ਹੋਏ ਮਾਹੌਲ ਵਿੱਚ ਜੇ ਪੂਰਨ ਧਿਆਨ ਦੇ ਕੋਈ ਜੀਵਨੀ ਪੜ੍ਹਨ ਦੀ ਲੋੜ ਹੈ ਤਾਂ ਉਹ ਪੰਜਵੇਂ ਪਾਤਸ਼ਾਹ ਦੀ ਹੈ। ਉਹਨਾਂ ਦੀ ਜੀਵਨੀ ਹੀ ਸਾਨੂੰ ਰਾਹ ਦੱਸਦੀ ਹੈ। ਜਦ ਸਭ ਤੱਤ ਵਿਰੋਧੀ ਹੋ ਜਾਣ ਤਾਂ ਸਹਿਜ ਕਿਵੇਂ ਰੱਖਣਾ ਹੈ। ਅੱਜ ਪ੍ਰਤੱਖ ਹਰ ਦੀ ਚੌਥੀ ਐਡੀਸ਼ਨ ਨਵੇਂ ਵਾਧਿਆਂ ਤੇ ਸੋਧਾਂ ਨਾਲ ਪਾਠਕਾਂ ਹੱਥ ਦੇ ਕੇ ਮੈਨੂੰ ਬੜੀ ਤਸੱਲੀ ਹੋ ਰਹੀ ਹੈ। ਮੈਨੂੰ ਇਹ ਦੱਸ ਲਿਖ ਪ੍ਰਸੰਨਤਾ ਹੋ ਰਹੀ ਹੈ ਕਿ ਭਾਸ਼ਾ ਵਿਭਾਗ ਪੰਜਾਬੀ ਨੇ ਸ਼੍ਰੋਮਣੀ ਲੇਖਕ ਦਾ ਸਨਮਾਨ ਅਤੇ 21,000 ਦਾ ਜੋ ਪੁਰਸਕਾਰ ਦਿੱਤਾ ਹੈ, ਇਹ ਗੁਰਜੀਵਨੀਆਂ ਦਾ ਸਤਿਕਾਰ ਤਾਂ ਹੈ ਹੀ ਪਰ ਨਾਲ ਪ੍ਰੇਰਨਾ ਵੀ ਹੈ ਕਿ ਗੁਰੂ ਦਰ ਦਾ ਢਾਡੀ ਬਣ ਗੁਣ ਗਾਉਂਦਾ ਰਵਾਂ। ਗੁਰੂ ਗ੍ਰੰਥ ਸਾਹਿਬ ਦੇ ਸਾਰ ਵਿਸਥਾਰ ਨੂੰ ਭਾਵੇਂ ਪੂਰਨ ਪਹਿਲ ਦੇ ਰਿਹਾ ਹਾਂ ਪਰ ਫਿਰ ਵੀ ਕੁਝ ਹੋਰ ਕਾਰਜ ਧਿਆਨ ਖਿੱਚ ਹੀ ਲੈਂਦੇ ਹਨ। ਕਥਾ ਪੁਰਾਤਨ ਇਉਂ ਸੁਣੀ ਦੀਆਂ ਬਾਕੀ 4 ਜਿਲਦਾਂ ਅਗਲੇ 2 ਸਾਲਾਂ ਵਿੱਚ ਲਿਖ ਛਾਪ ਦੇਣ ਦਾ ਪੱਕਾ ਇਰਾਦਾ ਹੈ। ਸਚਿੱਤਰ ਗੁਰਜੀਵਨੀਆਂ ਵੀ ਪੂਰਨ ਕਰਨੀਆਂ ਹਨ। ਸਰੀਰ ਨੂੰ ਵੀ ਕੁਝ ਖੇਚਲ ਹੋਈ ਹੈ ਪਰ ਅਰਦਾਸ ਹੈ ਕਿ ਵਾਹਿਗੁਰੂ ਮਿਹਰ ਦੀ ਦ੍ਰਿਸ਼ਟੀ ਪਾ ਕੇ ਸਾਰੇ ਕਾਰਜ ਸਿਰੇ ਚੜਾਈ ਜਾਵੇ ਅਤੇ ਹਿਉਂ ਦਾ ਨਾ ਪੈਣ ਦੇਵੇ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ, ਭੂਲ ਹੈ ਚੁੱਕੈ ਬਾਰਿਕ ਤੂੰ ਹਰ ਪਿਤਾ ਮਾਇਆ। ਤੀਜੇ ਐਡੀਸ਼ਨ ਸੰਬੰਧੀ ਪ੍ਰਤੱਖ ਹਰ ਦਾ ਦੂਜਾ ਐਡੀਸ਼ਨ ਪਾਠਕਾਂ ਦੀ ਮੰਗ ਕਾਰਨ ਉਸੇ ਤਰ੍ਹਾਂ ਛਾਪ ਦਿੱਤਾ ਸੀ ਅਤੇ ਤੀਜੇ ਨੂੰ ਵੀ ਉਵੇਂ ਹੀ ਛਾਪਣ ਲਈ ਜ਼ੋਰ ਪੈ ਰਿਹਾ ਸੀ। ਪਰ ਮੈਂ ਸਮਝਦਾ ਸਾਂ ਕਿ ਵਾਧੇ ਕਰਨੇ ਜ਼ਰੂਰੀ ਹਨ, ਖਾਸ ਕਰ ਸ਼੍ਰੀ ਹਰਿਮੰਦਰ ਸਾਹਿਬ ਦੀ ਅਸਥਾਪਨਾ, ਗੁਰੂ ਗ੍ਰੰਥ ਸਾਹਿਬ ਦੀ ਬੀੜ ਵੱਜਣ ਦਾ ਬਿਰਤਾਂਤ ਅਤੇ ਸ਼ਹੀਦੀ ਦੇ ਅਧਿਆਇ ਨੂੰ ਵੀ ਨਵੀਆਂ ਲੱਭਤਾਂ ਦੀ ਰੌਸ਼ਨੀ ਵਿੱਚ ਸੋਧ ਕੇ ਲਿਖਣਾ ਅਵੱਸ਼ ਸੀ। ਸੈਂਟ ਜੈਰੋਮ ਜ਼ੇਵੀਅਰ ਨੇ ਜੋ 25 ਸਤੰਬਰ 1606 ਈਸਵੀ ਨੂੰ ਸ਼ਹਾਦਤ ਤੋਂ ਤਕਰੀਬਨ 4 ਮਹੀਨਿਆਂ ਪਿੱਛੋਂ ਲਿਖਿਆ ਬੜਾ ਭਾਵਪੂਰਤ ਹੈ। ਉਸ ਨੂੰ ਤਰਜਮੇ ਸਮੇਤ ਸ਼ਾਮਿਲ ਕੀਤਾ ਹੈ। ਟਾਈਟਲ ਵੀ ਹੋਰ ਦਿਲ ਖਿੱਚਵਾਂ ਬਣਵਾਇਆ ਹੈ। ਆਸ ਹੈ ਕਿ ਪਾਠਕ ਇਸ ਐਡੀਸ਼ਨ ਨੂੰ ਪਹਿਲੇ ਜਿਤਨਾ ਹੀ ਆਦਰ ਦੇਣਗੇ। ਗੁਰੂ ਗ੍ਰੰਥ ਸਾਹਿਬ ਦੇ ਸਾਰ ਵਿਸਥਾਰ ਦੀ ਪਹਿਲੀ ਜਿਲਦ ਛਪਣ ਉਪਰੰਤ ਸੁਨੇਹਾ ਹਰ ਪਾਸੋਂ ਮਿਲ ਰਿਹਾ ਹੈ ਕਿ ਰਹਿੰਦੀਆਂ ਵੀ ਛੇਤੀ ਹੀ ਛਾਪਣ ਦਾ ਉਪਰਾਲਾ ਕਰਨਾ। ਸਾਰਾ ਧਿਆਨ ਉੱਧਰ ਹੀ ਹੈ ਅਤੇ ਪੂਰਨ ਯਕੀਨ ਹੈ ਕਿ ਦੂਜੀ ਜਿਲਦ ਸ੍ਰੀ ਰਾਗ ਸੰਪੂਰਨ ਇਸੇ ਸਾਲ ਪਾਠਕਾਂ ਦੇ ਹੱਥ ਆ ਜਾਵੇਗੀ। ਨਾਲ ਇਹ ਵੀ ਕੋਸ਼ਿਸ਼ ਕੀਤੀ ਹੈ ਕਿ ਜਿੰਨਾ ਹੋਰ ਪੁਸਤਕਾਂ ਦੇ ਖਰੜੇ ਮੁਕੰਮਲ ਹਨ ਉਹ ਵੀ ਛਾਪ ਦਿੱਤੀਆਂ ਜਾਣ ਤਾਂ ਕਿ ਸਿੱਖੀ ਦੇ ਮੁੱਢਲੇ ਸਿਧਾਂਤ ਬਾਰੇ ਸੰਕੁਚਵੇਂ ਢੰਗ ਵਿੱਚ ਵੀ ਪਤਾ ਲੱਗਦਾ ਰਹੇ। ਗੁਰੂ ਮਿਹਰ ਦਾ ਹੱਥ ਸਿਰ ਤੇ ਰੱਖੇ।
तुझ ही किया जम्मन मरना, गुर ते समझ पढ़ी किया डरना। दास सतबीर सिंह। आपे तरस पायोई, प्रतख हर जीवनी। साहिब श्री गुरु अर्जन देव जी दी संपूर्ण होण ते ਇਹ ਹੀ ਕਹਿਣਾ ਹੈ, ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਾਇਓਈ। ਤਰਸ ਪਿਆ ਮਹਿਰਾਮਤ ਹੋਈ ਅਤੇ ਪੰਚਮ ਪਿਤਾ ਦੀ ਸਾਖੀ ਮੁਕੰਮਲ ਹੋਈ। ਜੀਵਨੀ ਲਿਖਦਿਆਂ ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ ਦੀਆਂ ਤੁਕਾਂ ਹੀ ਮੁੜ ਮੁੜ ਸਾਹਮਣੇ ਆਉਂਦੀਆਂ ਰਹੀਆਂ। ਕਵੀ ਭਾਈ ਸੰਤੋਖ ਸਿੰਘ ਜੀ ਨੇ ਇੱਕ ਥਾਵੇਂ ਲਿਖਿਆ ਹੈ ਕਿ ਐਸਾ ਅਚਰਜ ਰੂਪ ਧਾਰ ਕੇ ਗੁਰੂ ਅਰਜਨ ਦੇਵ ਜੀ ਜਗਤ ਵਿੱਚ ਆ ਕੇ ਪ੍ਰਕਾਸ਼ ਦੇ ਰਹੇ ਹਨ ਕਿ ਪ੍ਰਮਾਣ ਨਹੀਂ ਜਾਣਿਆ ਜਾ ਸਕਦਾ ਕਿ ਆਪ ਦੇ ਪ੍ਰਕਾਸ਼ ਦਾ ਕਿਤਨਾ ਕੁ ਵਿਸਥਾਰ ਹੈ। अर्ज न जान्यो जाए केतो है बिथार तेरो, ऐसा रूप धर आए राजे गुर अर्जन। ज्यों ज्यों मैं गुर इतिहास, गुर जीवनियां अते गुर गाथा लिख रहा हाँ, यह ख्याल परपक्क होई जा रहा है कि गुर साखी दे चानण बिना राह सुखाला नहीं हुंदा। महले पंजवें दी ही तुक है, गुर साखी का उजियारा ਤਾਂ ਮਿਟਿਆ ਸਗਲ ਅੰਧਾਰਾ। ਕਿਤਨੀਆਂ ਹੀ ਗੁੰਝਲਾਂ ਰਾਮਜਾ ਗੁਰੂ ਦੇ ਬਚਨ ਖੋਲ ਦਿੰਦੇ ਹਨ ਅਤੇ ਕਿਤਨੀਆਂ ਹੀ ਅਟਕਾਂ ਹਟ ਜਾਂਦੀਆਂ ਹਨ। ਇੱਕ ਉਦਾਹਰਣ ਇੱਥੇ ਦੇਣੀ ਚੋਖੀ ਉਚਿਤ ਰਹੇਗੀ। ਗੁਰੂ ਅਰਜਨ ਜੀ ਕੋਲੋਂ ਭਾਈ ਜੋਧਾ ਨਾਮ ਦੇ ਇੱਕ ਸਿੱਖ ਨੇ ਪੁੱਛਿਆ ਕਿ ਬਾਣੀ ਪੜ੍ਹਦਿਆਂ ਮਨ ਨਹੀਂ ਠਹਿਰਦਾ, ਇਹ ਚਿੰਤਾ ਖਾਈ ਜਾਂਦੀ ਹੈ। ਮਹਾਰਾਜ ਨੇ ਬਚਨ ਕੀਤਾ, ਅੱਗੇ ਤਾਂ ਤੁਸੀਂ ਮਨ ਦੇ ਸੁਭਾਅ ਨੂੰ ਨਹੀਂ ਸੀ ਜਾਣਦੇ, ਹੁਣ ਤਾਂ ਵਾਕਿਫ ਹੋ ਗਏ ਹੋ। जद जान गए कि मन नहीं ठहरदा तां उपराला भी करोगे। पई पीड़ी गंढ एक बचन नाल ही खोल दिती। शहादत लिखण वेले हर लभत लिखत ਅਤੇ ਸਰੋਤੇ ਨੂੰ ਵਾਚ ਕੇ ਹੀ ਨਿਰਣੇ ਲਏ ਹਨ। ਮੈਨੂੰ ਵਿਸ਼ਵਾਸ ਹੈ ਕਿ ਪਾਠਕ ਇਸ ਪੁਸਤਕ ਨੂੰ ਵੀ ਪਹਿਲੀਆਂ ਵਾਂਗ ਹੀ ਪਿਆਰ ਦੇਣਗੇ। ਪਰਬਤ ਮਹਿਰਾਨ ਜੀਵਨੀ ਗੁਰੂ ਅਮਰਦਾਸ ਜੀ ਵੀ ਤਿਆਰ ਹੈ ਅਤੇ ਉਸ ਨੂੰ ਛਾਪ ਕੇ ਤੀਜੇ ਪਾਤਸ਼ਾਹ ਦੇ 500 ਸਾਲਾ ਪ੍ਰਕਾਸ਼ ਉਤਸਵ ਤੋਂ ਪਹਿਲਾਂ ਹੀ ਭੇਟ ਕਰਕੇ ਪਾਠਕਾਂ ਦੀ ਖੁਸ਼ੀ ਲਵਾਂਗਾ। ਸਰਦਾਰ ਇੰਦਰਜੀਤ ਸਿੰਘ ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ ਇਹਨਾਂ ਜੀਵਨੀਆਂ ਦੇ ਕਾਰਜ ਨੂੰ ਛੇਤੀ ਮੁਕਾਉਣ ਦੀ ਸਦਾ ਪ੍ਰੇਰਨਾ ਦਿੰਦੇ ਰਹਿੰਦੇ ਹਨ ਤਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਸਾਰ ਵਿਸਥਾਰ ਦਾ ਕਾਰਜ ਹੱਥੀਂ ਲੈ ਕੇ ਨੇਪਰੇ ਚੜ੍ਹਾ ਸਕਾਂ। ਕਿਰਤ ਸੁਤੰਤਰ ਹੋਈ ਹੈ। ਪੂਰਨ ਆਸ ਹੈ ਕਿ ਅਗਲੇ 2 ਸਾਲਾਂ ਵਿੱਚ 10 ਗੁਰੂ ਸਾਹਿਬਾਨ ਦੀਆਂ ਪਾਵਨ ਜੀਵਨੀਆਂ ਛਪ ਕੇ ਤਿਆਰ ਹੋ ਜਾਣਗੀਆਂ। 6 ਛਪ ਕੇ ਪਾਠਕਾਂ ਹੱਥੀਂ ਪੁੱਜ ਚੁੱਕੀਆਂ ਹਨ। ਸੰਪੂਰਨ ਹੋਣ ਤੇ 10 ਜਿਲਦਾਂ ਵਿੱਚ ਤਕਰੀਬਨ 2300 ਸਫ਼ਾ ਹੋ ਜਾਏਗਾ। ਗੁਰੂ ਥਾਪੀ ਦੀ ਹੀ ਇਹ ਰਹਿਮਤ ਹੈ। ਮੈਨੂੰ ਇਹ ਲਿਖਣ ਵਿੱਚ ਸਦਾ ਪ੍ਰਸੰਨਤਾ ਹੁੰਦੀ ਹੈ ਕਿ ਪਹਿਲਗਾਮ ਜਾ ਕੇ ਮਹੀਨਿਆਂ ਦਾ ਕਾਰਜ ਦਿਨਾਂ ਵਿੱਚ ਹੀ ਹੋ ਜਾਂਦਾ ਹੈ। ਇੱਕ ਤਾਂ ਉੱਥੇ ਇਕਾਂਤ ਹੈ ਅਤੇ ਦੂਜੇ ਵੀਰ ਨਰਿੰਦਰ ਜੀ, ਅੰਮੀ ਜੀ ਅਤੇ ਪਾਪਾ ਜੀ ਅਜਿਹਾ ਸੁਖਾਵਾਂ ਵਾਤਾਵਰਨ ਬਣਾ ਦਿੰਦੇ ਹਨ ਕਿ ਕਲਮ ਰੁਕਦੀ ਹੀ ਨਹੀਂ। ਇਹ ਪੁਸਤਕ ਵੀ ਉੱਥੇ ਹੀ ਲਿਖੀ ਹੈ। ਸਰਦਾਰ ਮਹਿਤਾਬ ਸਿੰਘ ਭਾਵੇਂ ਸੁਘੜ, ਸੁਚੱਜੇ ਅਤੇ ਜਵਾਨੀਆਂ ਮਾਣ ਦੇ ਬੇਟੇ ਸਰਦਾਰ ਹਰਜੀਤ ਸਿੰਘ ਦੇ ਕਾਰ ਹਾਦਸੇ ਵਿੱਚ ਅਚਾਨਕ ਅਕਾਲ ਚਲਾਣੇ ਨਾਲ ਅਸਹਿ ਸੱਟ ਵੱਜੀ ਹੈ, ਪਰ ਉਹਨਾਂ ਨੇ ਭਾਣੇ ਨੂੰ ਮਿੱਠਾ ਕਰ ਜਾਣ ਹੌਸਲਾ ਰੱਖਿਆ। ਇਸ ਪੁਸਤਕ ਦੀ ਛਪਵਾਈ ਵਿੱਚ ਵੀ ਢਿੱਲ ਨਾ ਪੈਣ ਦੇਣੀ ਉਹਨਾਂ ਦੇ ਦ੍ਰਿੜ ਚਿੱਤ ਦੀ ਹੀ ਉਦਾਹਰਣ ਹੈ। ਮੇਰੀ ਇਹ ਅਰਦਾਸ ਹੈ ਕਿ ਕਿਸੇ ਬਾਪ ਨੂੰ ਜਵਾਨ ਬੱਚੇ ਦਾ ਦੁੱਖ ਨਾ ਦਿਖਾਏ ਅਤੇ ਜੇ ਭਾਣਾ ਵਰਤਾਉਣਾ ਹੀ ਸੂ ਤਾਂ ਆਤਮਿਕ ਬਲ ਵੀ ਅਥਾਹ ਦਾ ਬਖਸ਼ੇ। ਮੇਰੀਆਂ ਸਭ ਪੁਸਤਕਾਂ ਦੇ ਸਿਵਾਏ 2 ਤੋਂ ਟਾਈਟਲ ਸਰਦਾਰ ਦਲੀਪ ਸਿੰਘ ਦੇ ਬੁਰਸ਼ਾਂ ਨੇ ਬਣਾਏ ਹਨ। ਉਹ ਵੀ ਇਸ ਸਾਲ ਗੁਰੂ ਪਿਆਰੇ ਹੋ ਗਏ ਹਨ। ਮੈਂ ਢੂੰਡ ਭਾਲ ਵਿੱਚ ਹੀ ਹਾਂ ਕਿ ਇਹ ਕਾਰਜ ਕਿਸ ਨੂੰ ਸੌਂਪਾਂ। ਇਸ ਪੁਸਤਕ ਦਾ ਟਾਈਟਲ ਇੱਕ ਉੱਭਰਦੇ ਆਰਟਿਸਟ ਸ਼੍ਰੀ ਬੋਧ ਰਾਜ ਨੇ ਬਣਾਇਆ ਹੈ। ਚੰਗੀਆਂ ਛੂਹਾਂ ਦਿੱਤੀਆਂ ਹਨ। ਆਸ ਕਰਦਾ ਹਾਂ ਕਿ ਇਹ ਕਲਮ ਵੀ ਸਲਾਹੀ ਜਾਏਗੀ। ਪੁਸਤਕ ਮੈਂ ਆਪਣੀਆਂ ਬੱਚੀਆਂ ਸੁੰਦਰਜੀਤ ਕੌਰ, ਸਿਮਰਨ ਕੌਰ ਅਤੇ ਹਰਕਿਰਤ ਕੌਰ ਨੂੰ ਇਸ ਆਸ ਤੇ ਅਰਦਾਸ ਨਾਲ ਭੇਟ ਕਰ ਰਿਹਾ ਹਾਂ ਕਿ ਉਹਨਾਂ ਨੂੰ ਮਾਤਾ ਭਾਨੀ ਜੀ ਦੀ ਅਸੀਸ ਮਿਲੇ। ਰਜਾ ਤੋਂ ਬਗੈਰ ਸਜ਼ਾ ਹੀ ਸਜ਼ਾ ਹੈ। ਜਸਪਾਲ ਜੀ ਨੇ ਮੇਰੀ ਪੜ੍ਹਾਈ ਲਿਖਾਈ ਵਿੱਚ ਕਦੇ ਵਿਘਨ ਨਹੀਂ ਪੈਣ ਦਿੱਤਾ। ਭਾਵੇਂ ਉਹਨਾਂ ਨੂੰ ਕਿਤਨੀਆਂ ਹੀ ਖੇਚਲਾਂ ਹੁੰਦੀਆਂ ਹਨ, ਪਰ ਉਹ ਕਦੇ ਮਹਿਸੂਸ ਨਹੀਂ ਹੋਣ ਦਿੰਦੇ। ਘਰ ਮਹਿਸੂਖ, ਬਾਹਰ ਫੁਨਸੂਖਾ। ਦਾਸ ਸਤਬੀਰ ਸਿੰਘ।
ਭਾਗ ਪਹਿਲਾ। ਗੋਇੰਦਵਾਲ ਵਿਖੇ 11 ਸਾਲ। ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਗੋਇੰਦਵਾਲ ਵਿਖੇ ਮਾਤਾ ਭਾਨੀ ਜੀ ਦੀ ਕੁੱਖੋਂ ਗੁਰੂ ਰਾਮਦਾਸ ਜੀ ਦੇ ਘਰ 15 ਅਪ੍ਰੈਲ 1563 ਈਸਵੀ ਨੂੰ ਹੋਇਆ। ਉਸ ਸਮੇਂ ਗੁਰਗੱਦੀ ਤੇ ਗੁਰੂ ਅਮਰਦਾਸ ਜੀ ਬਿਰਾਜਮਾਨ ਸਨ। ਗੁਰੂ ਅਮਰਦਾਸ ਜੀ ਰਿਸ਼ਤੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਨਾਨੇ ਲੱਗਦੇ ਸਨ। ਆਪਣੀ ਪੁੱਤਰੀ ਭਾਨੀ ਜੀ ਦੇ ਘਰ ਤੀਜੇ ਪੁੱਤਰ ਦਾ ਜਨਮ ਸੁਣ ਕੇ ਬੱਚੀ ਦੇ ਗ੍ਰਹਿ ਵਿਖੇ ਨਵ ਜਨਮੇ ਬਾਲਕ ਨੂੰ ਅਸੀਸ ਦੇਣ ਲਈ ਗਏ। ਬੱਚੇ ਨੂੰ ਕੁੱਛੜ ਲੈਂਦੇ ਹੀ ਤੀਜੇ ਪਾਤਸ਼ਾਹ ਨੇ ਫਰਮਾਇਆ, ਇਹ ਭਾਰੀ ਪੁਰਖ ਹੋਵੇਗਾ। ਬੰਸਾਵਲੀ ਨਾਮਾ ਕਿਰਤ ਭਾਈ ਕੇਸਰ ਸਿੰਘ ਛਿੱਬੜ ਅਨੁਸਾਰ ਭਾਰੀ ਪੁਰਖ ਦਾ ਬਚਨ ਸੀ ਕੀਤਾ ਅਤੇ ਇਹ ਵੀ ਲਿਖਿਆ ਮਿਲਦਾ ਹੈ ਕਿ ਨਾਨਕ ਜੀ ਕੋ ਲਗੇ ਪਿਆਰਾ। ਬਾਬਾ ਮੋਹਨ ਜੀ ਵੱਡੇ ਮਾਮਾ ਜੀ ਸਨ ਅਤੇ ਵਿਰਕਤ ਸੁਭਾਅ ਦੇ ਸਨ। ਇਸ ਬਾਲਕ ਨੂੰ ਬਹੁਤ ਚਾਹੁੰਦੇ ਸਨ। ਪਿੱਛੋਂ ਜਦ ਗੁਰੂ ਅਰਜਨ ਦੇਵ ਜੀ ਨੇ ਸੁਰਤ ਸੰਭਾਲੀ ਤਾਂ ਉਹ ਵੀ ਬਾਬਾ ਮੋਹਨ ਜੀ ਦਾ ਦਿਲੋਂ ਸਤਿਕਾਰ ਅਤੇ ਹਿੱਤ ਕਰਦੇ ਸਨ। ਸੰਤ ਤੇ ਸਾਧ ਦੇ ਸਾਰੇ ਗੁਣ ਬਾਬਾ ਮੋਹਨ ਜੀ ਵਿੱਚ ਵੇਖ ਰਹੇ ਸਨ। ਬੰਸਾਵਲੀ ਨਾਮਾ ਦੇ ਹੀ ਸ਼ਬਦਾਂ ਵਿੱਚ ਗੁਰੂ ਅਰਜਨ ਜੀ ਦਾ ਮੋਹਨ ਨਾਲ ਵੱਡਾ ਸੀ ਪਿਆਰ। ਪੁੱਤਰ ਮਾਮੇ ਦਾ ਲਗੇ ਭਾਈ ਸਾਧ ਸੰਤ ਦਾ ਹਿਤਕਾਰ। ਗੁਰੂ ਅਰਜਨ ਦੇਵ ਜੀ ਦੇ ਦੋ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਜੀ ਅਤੇ ਬਾਬਾ ਮਹਾਦੇਵ ਜੀ ਸਨ। ਪ੍ਰਿਥੀ ਚੰਦ ਜੀ ਦਾ ਜਨਮ ਸਨ 1557 ਈਸਵੀ ਨੂੰ ਅਤੇ ਮਹਾਦੇਵ ਜੀ ਦਾ 1560 ਈਸਵੀ ਨੂੰ ਗੋਇੰਦਵਾਲ ਵਿਖੇ ਹੀ ਹੋਇਆ ਸੀ। ਪ੍ਰਿਥੀ ਚੰਦ ਜੀ ਇਸ ਹਿਸਾਬ ਨਾਲ ਗੁਰੂ ਅਰਜਨ ਦੇਵ ਜੀ ਤੋਂ 6 ਸਾਲ ਵੱਡੇ ਸਨ। ਪ੍ਰਿਥੀ ਚੰਦ ਜੀ ਦੇ ਸੁਭਾਅ ਬਾਰੇ ਲਿਖਿਆ ਹੈ ਕਿ ਉਹ ਬਚਪਨ ਤੋਂ ਹੀ ਸੇਵਾ ਵਿੱਚ ਲੱਗ ਗਏ ਸਨ, ਪਰ ਜਦ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲੀ ਤਾਂ ਉਹਨਾਂ ਸੇਵਾ ਨਾਲ ਬੰਦੋਬਸਤ ਵੀ ਸੰਭਾਲਣਾ ਆਰੰਭ ਕਰ ਦਿੱਤਾ ਸੀ। ਉਹ ਗੁਰਗੱਦੀ ਨੂੰ ਜ਼ਿੰਮੇਵਾਰੀ ਨਾਲੋਂ ਐਸ਼ਵਰਿਆ ਦੀ ਸ਼ੈ ਜਾਣਨ ਲੱਗ ਪਏ ਸਨ। ਮਹਾਦੇਵ ਜੀ ਦੁਨੀਆ ਨੂੰ ਬੰਧਨ ਅਤੇ ਸੇਵਾ ਨੂੰ ਗੈਰ ਜ਼ਰੂਰੀ ਸਮਝਦੇ ਸਨ। ਸਾਰੀ ਉਮਰ ਆਪ ਜੀ ਨੇ ਸ਼ਾਦੀ ਨਾ ਕੀਤੀ, ਸੋ ਇਹ ਕੋਈ ਅਚਰਜ ਵਾਲੀ ਗੱਲ ਨਹੀਂ ਸੀ ਕਿ ਉਹ ਅਮਰਦਾਸ ਜੀ ਇਸ ਆਪਣੇ ਦੋਤੇ ਨੂੰ ਬਾਣੀ ਕਾ ਬੋਹਿਤਾ ਕਹਿ ਕੇ ਪੁਕਾਰਦੇ ਹੋਣ। ਉਹਨਾਂ ਭਵਿੱਖਵਾਕ ਹੀ ਕਹਿ ਦਿੱਤੇ ਸਨ ਕਿ ਦੋਹਿਤਾ ਬਾਣੀ ਕਾ ਬੋਹਿਤਾ। ਮੈਕਾਲਫ ਦਾ ਕਹਿਣਾ ਹੈ ਕਿ ਉਹਨਾਂ ਪਾਣੀ ਦਾ ਬੋਹਿਤਾ ਕਿਹਾ, ਜਿਸ ਦਾ ਭਾਵ ਸੀ ਕਿ ਭਵਸਾਗਰ ਤੋਂ ਪਾਰ ਉਤਰਨ ਲਈ ਇਹਨਾਂ ਦੀ ਕਰਨੀ ਜਹਾਜ਼ ਹੋਵੇਗੀ। ਬੰਸਾਵਲੀ ਨਾਮਾ ਨੇ ਵੀ ਇਹ ਲਿਖਿਆ ਹੈ ਕਿ ਜਦ ਪ੍ਰਿਥੀ ਚੰਦ ਨੂੰ ਆਪਣੀਆਂ ਕਰਤੂਤਾਂ ਕਰ ਗੁਰਗੱਦੀ ਨਾ ਮਿਲੀ ਤਾਂ ਉਹ ਬਹੁਤ ਝਗੜੇ। ਗੁਰੂ ਰਾਮਦਾਸ ਜੀ ਨੇ ਕਿਹਾ ਕਿ ਝਗੜਨ ਦਾ ਕੋਈ ਲਾਭ ਨਹੀਂ। ਗੁਰੂ ਅਰਜਨ ਨੂੰ ਥਾਪੀ ਮੇਰੇ ਨਾਲੋਂ ਵੀ ਪਹਿਲਾਂ ਗੁਰੂ ਅਮਰਦਾਸ ਜੀ ਲਗਾ ਗਏ ਸਨ। ਪ੍ਰਿਥੀ ਚੰਦ ਨੂੰ ਚੌਥੇ ਪਾਤਸ਼ਾਹ ਸਮਝਾ ਰਹੇ ਸਨ, ਜੋ ਬਚਨ ਵੱਡਿਆਂ ਦਾ ਮੰਨੇ ਤਿਨੇ ਹੀ ਜੀਤਾ। ਅਰਜਨ ਹੈ ਨਿਕੜਾ ਮੈਂ ਵੀ ਜਾਣਾ, ਤੂੰ ਹੈ ਵੱਡਾ ਬੁੱਧੀਵਾਨ ਸਿਆਣਾ। ਇਸ ਨੂੰ ਮੈਂ ਨਹੀਂ ਦਿੱਤੀ ਗੁਰਿਆਈ, ਇਹ ਥਾਪੀ ਇਸ ਨੂੰ ਨਾਨੇ ਹੈ ਲਾਈ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਗੁਰੂ ਅਰਜਨ ਦੇਵ ਜੀ ਦਾ ਆਉਣਾ ਮਾਇਆ ਮੱਧ ਵਿੱਚ ਗ੍ਰਸਿਆਂ ਨੂੰ ਉਖੇੜ ਧਰਮ ਵੱਲ ਲਗਾਉਣਾ ਸੀ। ਗੁਰੂ ਅਰਜਨ ਦੇਵ ਜੀ ਮਨੁੱਖ ਕੁਲ ਵਿੱਚ ਚੰਦਰਮਾ ਵੱਤ ਪ੍ਰਕਾਸ਼ਮਾਨ ਹਨ, ਜਿਨ੍ਹਾਂ ਦੇ ਵਾਕ ਚੰਦਨ ਵਰਗੇ ਠੰਡੇ ਅਤੇ ਮੋਹ ਗ੍ਰਸਿਆਂ ਲਈ ਮੁਕਤੀ ਦੇ ਦਾਤੇ ਹਨ। ਸ਼੍ਰੀ ਸਤਿਗੁਰ ਅਰਜਨ ਕੁਲ ਚੰਦਾ, ਚੰਦਨ ਸਮ ਬਰ ਸੀਤ ਮੁਕੰਦਾ। ਗੁਰੂ ਜੀ ਆਤਮ ਆਨੰਦ ਦੇ ਮੇਘ ਹਨ, ਮੋਹ ਨੂੰ ਕੱਟਣ ਵਾਲੇ ਹਨ ਅਤੇ ਸਮੂਹ ਸੁੱਖਾਂ ਦੇ ਦਾਤੇ ਹਨ। ਕਦ ਅਨੰਤ ਬਿਮੋਹ ਨਿਕੰਦ, ਕੰਦਲ ਸੁਖਦ ਤਿਨਹਿ ਪਦ ਬੰਦ। ਗੁਰੂ ਅਰਜਨ ਦੇਵ ਜੀ ਦੀ ਨੁਹਾਰ ਬਾਰੇ ਕਿਹਾ ਗਿਆ ਹੈ ਕਿ ਆਪ ਜੀ ਦਾ ਮੱਥਾ ਚੌੜਾ ਅਤੇ ਨੂਰਾਨੀ, ਨੈਣ ਲਿਸ਼ਕਦੇ, ਬੁੱਲ ਮੋਟੇ, ਪਰ ਜਦ ਕੁਝ ਬੋਲਦੇ ਤਾਂ ਇੰਜ ਪ੍ਰਤੀਤ ਹੁੰਦਾ ਹੈ ਕਿ ਅੰਮ੍ਰਿਤ ਝੜ ਰਿਹਾ ਹੈ। ਕੱਦ ਕਾਠ ਚੰਗਾ, ਵੱਡਾ ਅਤੇ ਸਰੀਰ ਦੇ ਭਾਰੇ ਸਨ। ਸਾਖੀ ਵੀ ਆਉਂਦੀ ਹੈ ਕਿ ਛੋਟੇ ਹੀ ਸਨ ਕਿ ਇੱਕ ਵਾਰ ਗੇਂਦ ਉਛਲ ਕੇ ਉਸ ਕਮਰੇ ਵਿੱਚ ਜਾ ਪਿਆ ਜਿੱਥੇ ਗੁਰੂ ਅਮਰਦਾਸ ਜੀ ਵਿਸਰਾਮ ਪਏ ਕਰਦੇ ਸਨ। ਗੇਂਦ ਲੈਣ ਲਈ ਜਦ ਰਿੜਦੇ ਰਿੜਦੇ ਉਸ ਕਮਰੇ ਵਿੱਚ ਪੁੱਜੇ ਤਾਂ ਗੇਂਦ ਨੂੰ ਕਮਰੇ ਵਿੱਚ ਨਾ ਦੇਖ ਕੇ ਜਾਤਾ ਨੇ ਕਿ ਇਹ ਮੰਜੇ ਤੇ ਹੋਵੇਗਾ। ਮੰਜਾ ਉੱਚਾ ਤੇ ਆਪ ਨਿੱਕੇ, ਸੋ ਮੰਜੇ ਦੇ ਪਾਵੇ ਨੂੰ ਫੜ ਕੇ ਐਸਾ ਜ਼ੋਰ ਦਾ ਹਿਲਾਇਆ ਕਿ ਗੁਰੂ ਅਮਰਦਾਸ ਜੀ ਦੀ ਜਾਗ ਖੁੱਲ੍ਹ ਗਈ ਅਤੇ ਸਹਿਜ ਸੁਭਾਅ ਗੁਰੂ ਜੀ ਨੇ ਵਾਕ ਉਚਾਰਿਆ, ਇਹ ਕਿਹੜਾ ਵੱਡਾ ਪੁਰਖ ਹੈ ਭਾਰੀ, ਜਿਸ ਮੰਜੀ ਹਿਲਾਈ ਸਾਡੀ ਸਾਰੀ।
इतना बचन पए करदे सन कि माता भानी जी पुज गए अते कहन लगे, दोहता जे दोहता। तां आप जी ने दूजा बचन उचारिया, दोहता बाणी का बोहता, अते फिर चुक छाती नाल लगाए कहा, भारी गुरु जग में बिदते हैं, बाणी को बोहित बड़ हवे हैं। नाल ही फरमाया, होवोगे तुम गुर भारे। बीबी भानी गुरु अमरदास जी दी छोटी बच्ची सी। महान कोश दे कहण मुताबिक आप जी दा जन्म बासर के 21 माघ 1591 ਨੂੰ ਹੋਇਆ ਸੀ। ਲਤੀਫ ਦੇ ਲਿਖਣ ਅਨੁਸਾਰ ਉਹਨਾਂ ਦਾ ਨਾਂ ਮੋਹਣੀ ਸੀ, ਪਰ ਕਿਉਂਕਿ ਗੁਰੂ ਪਿਤਾ ਦੀ ਰਜਾ ਵਿੱਚ ਰਹਿ ਕੇ ਆਨੰਦ ਮਾਣਦੇ ਸਨ, ਸਾਰੇ ਭਾਨੀ ਕਹਿਣ ਲੱਗ ਪਏ ਸਨ। ਵੱਡੇ ਭੈਣ ਦਾ ਨਾਂ ਦਾਨੀ ਸੀ। ਮਹਿਮਾ ਪ੍ਰਕਾਸ਼ ਦਾ ਕਹਿਣਾ ਹੈ ਕਿ ਬੀਬੀ ਭਾਨੀ ਜੀ ਅੰਮ੍ਰਿਤ ਵੇਲੇ ਉੱਠਦੇ, ਗੁਰੂ ਅਮਰਦਾਸ ਜੀ ਨੂੰ ਇਸ਼ਨਾਨ ਕਰਾਉਂਦੇ ਅਤੇ ਗੁਰੂ ਪਿਤਾ ਦੇ ਸੁੱਖ ਦਾ ਹਰ ਸਮੇਂ ਖਿਆਲ ਰੱਖਦੇ। जब पहर रात रहे अमृत वेला, गुर करे इशनान भगत सुख केला। तिसी समय बीबी जी दर्शन करे, गुर की भगत सद हिरदे धरे। उन्हां दी सेवा तो ही खुश हो के गुरु अमरदास जी ने अपनी उम्र दे 7 साल गुरु रामदास जी नूं दिते सन। साखी आउंदी है कि सवेर सार ही गुरु अमरदास जी अपने विश्राम स्थान तो विहड़े विच आए, जिथे ननाण ਭਰਜਾਈ ਬੀਬੀ ਭਾਨੀ ਜੀ ਅਤੇ ਬੀਬੀ ਆਤਮਾ ਦੇਵੀ ਕੰਮ ਕਾਜ ਵਿੱਚ ਲੱਗੇ ਹੋਏ ਸਨ। ਗੁਰੂ ਅਮਰਦਾਸ ਜੀ ਨੇ ਬੱਚੀ ਨੂੰ ਆਵਾਜ਼ ਦੇ ਕਿਹਾ, ਧੀਏ ਭਾਨੀਏ, ਜੇ ਸਾਈਂ ਦੀ ਰਜਾ ਵਰਤੇ ਰਾਮਦਾਸ ਗੁਜ਼ਰ ਜਾਏ ਤਾਂ ਸੱਚ ਦੱਸੀ, ਬੇਟਾ ਤੂੰ ਕੀ ਕਰੇ। ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿੱਚ, ਰਾਮਦਾਸ ਅਬ ਤਨ ਪਰ ਹਰੇ, ਕਹਿ ਪੁੱਤਰੀ ਕਿਆ ਤਬ ਤੂੰ ਕਰੇ। ਇਹ ਸੁਣਦੇ ਸਾਰ ਬੀਬੀ ਜੀ ਨੇ ਸਿਰ ਝੁਕਾ ਦਿੱਤਾ ਤੇ ਕੋਈ ਕਿੰਤੂ ਨਾ ਕੀਤਾ ਤਾਂ ਉਸ ਸਮੇਂ ਗੁਰੂ ਦਾਤੇ ਨੇ ਫਰਮਾਇਆ, ਆਪਣ ਆਰਬਲਾ ਅਬ ਮੈਂ ਦੇਵੋ। ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾ ਗਏ ਅਤੇ ਆਪਣੀ ਆਯੂ ਦੇ 6 ਸਾਲ 11 ਮਹੀਨੇ 17 ਦਿਨ ਗੁਰੂ ਰਾਮਦਾਸ ਜੀ ਨੂੰ ਦੇ ਗਏ। ਬੀਬੀ ਭਾਨੀ ਜੀ ਦੇ ਨਿਸ਼ਚੇ ਦੀ ਹੀ ਇਹ ਜਿੱਤ ਸੀ। ਉਹ ਕਿਹੜੀ ਕਰਾਮਾਤ ਹੈ ਜੋ ਰਜਾ ਨਹੀਂ ਕਰ ਸਕਦੀ। ਭਾਨੀ ਜੀ ਨੇ ਸਿਰ ਦੇ ਸਾਈਂ ਲਈ 7 ਸਾਲ ਲਏ ਜ਼ਰੂਰ, ਪਰ 7 ਸ਼ਹੀਦੀਆਂ ਆਪਣੇ ਪਰਿਵਾਰ ਵਿੱਚ ਲਈਆਂ। ਗੁਰੂ ਰਾਮਦਾਸ ਜੀ ਨੇ ਇਸੇ ਲਈ ਇਸ਼ਾਰਾ ਕੀਤਾ ਸੀ, ਹੋਰਸ ਅਜਰ ਨਾ ਜਰਿਆ ਜਾਵੇ। ਪਹਿਲਾਂ ਆਪਣੇ ਜਿਗਰ ਦੇ ਟੋਟੇ ਨੂੰ ਇਸ ਭਾਣੇ ਦੀ ਵੈਦੀ ਪ੍ਰਵਾਨ ਚੜਾਇਆ, ਫਿਰ ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦੇ ਚਾਰੇ ਸਾਹਿਬਜ਼ਾਦੇ ਧਰਮ ਹੇਤ ਭੇਟ ਕੀਤੇ। ਲੋਕੀ ਪੁੱਛਦੇ ਹਨ ਕਿ ਗੁਰੂ ਅਰਜਨ ਦੇਵ ਜੀ ਇਤਨੀਆਂ ਔਂਕੜਾਂ, ਦੁੱਖਾਂ, ਹਮਲਿਆਂ ਅਤੇ ਸ਼ਹੀਦੀ ਵੇਲੇ ਵੀ ਤੇਰਾ ਕੀਆ ਮੀਠਾ ਲਾਗੇ ਹੀ ਕਿਉਂ ਬੋਲਦੇ ਰਹੇ। ਉਹਨਾਂ ਪੁੱਛਾਂ ਦਾ ਉੱਤਰ ਸਿਰਫ ਇਤਨਾ ਹੈ ਕਿ ਉਹ ਭਾਨੀ ਦੇ ਜਾਏ ਸਨ। ਭਾਣੇ ਨੂੰ ਮਿੱਠਾ ਕਰਕੇ ਮੰਨਣਾ ਉਹਨਾਂ ਦੇ ਅੰਗ ਅੰਗ ਵਿੱਚ ਸਮਾਇਆ ਹੋਇਆ ਸੀ। ਗੁਰੂ ਅਮਰਦਾਸ ਜੀ ਨੇ ਇਹ ਹੁਕਮ ਵੀ ਕੀਤਾ ਸੀ, ਤੁਮ ਕੁੱਖ ਜੋ ਅਵਤਾਰ ਸਭ ਜਗਤ ਤਾਰਨਹਾਰ। ਬੀਬੀ ਭਾਨੀ ਜੋ ਅਸੀਸ ਗੁਰੂ ਅਰਜਨ ਨੂੰ ਦਿੰਦੇ ਸਨ, ਸਾਡੀ ਖੁਸ਼ਕਿਸਮਤੀ ਨੂੰ ਪਿੱਛੋਂ ਗੁਰੂ ਅਰਜਨ ਜੀ ਨੇ ਬਾਣੀ ਸਰੂਪ ਵਿੱਚ ਦਰਜ ਕਰ ਦਿੱਤੀ। ਮਾਤਾ ਭਾਨੀ ਜੀ ਅਸੀਸ ਦਿੰਦੇ ਹਨ, ਹੇ ਪੁੱਤਰ, ਤੈਨੂੰ ਮਾਂ ਦੀ ਇਹ ਅਸੀਸ ਹੈ ਕਿ ਤੈਨੂੰ ਪਰਮਾਤਮਾ ਅੱਖ ਝਮਕਣ ਜਿਤਨੇ ਸਮੇਂ ਲਈ ਵੀ ਨਾ ਭੁੱਲੇ। ਤੂੰ ਸਦਾ ਜੱਗ ਦੇ ਮਾਲਕ ਦਾ ਨਾਮ ਜਪਦਾ ਰਹੇ। ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰਿਓ, ਤੁਮ ਕੋ ਹਰ ਹਰ ਸਦਾ ਭਾਜੋ ਜਗਦੀਸ਼ ਰਹਾਓ। ਫਿਰ ਫਰਮਾਇਆ, ਸਤਿਗੁਰ ਤੁਮ ਕਿਉ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ ਕਾਪੜ ਪੱਤ। ਪਰਮੇਸ਼ਵਰ ਰਾਖੀ ਭੋਜਨ ਕੀਰਤਨ ਨਿਤ। ਭਾਵ ਸਤਿਗੁਰ ਤੇਰੇ ਉੱਤੇ ਦਇਆਵਾਨ ਰਹੇ, ਗੁਰੂ ਨਾਲ ਪਿਆਰ ਹੋਵੇ। ਜਿਵੇਂ ਕੱਪੜਾ ਮਨੁੱਖ ਦਾ ਪਰਦਾ ਢੱਕਦਾ ਹੈ, ਤਿਵੇਂ ਪਰਮਾਤਮਾ ਤੇਰੀ ਇੱਜ਼ਤ ਰੱਖੇ। ਸਦਾ ਕੀਰਤਨ ਹੀ ਤੇਰੀ ਆਤਮਾ ਦੀ ਖੁਰਾਕ ਹੋਵੇ। ਫਿਰ ਹੋਰ ਅਸੀਸ ਦਿੰਦੇ ਕਿਹਾ, ਬੇਟਾ, ਨਾਮ ਜੋ ਜੀਵਨ ਦਿੰਦਾ ਹੈ ਉਹ ਸਦਾ ਪੀਂਦਾ ਰਵੇਂ। ਆਤਮਿਕ ਖੁਸ਼ੀਆਂ ਦੇ ਭੰਡਾਰ ਕੋਲ ਹੋਣ ਨਾਲ ਸਭੇ ਆਸਾਂ ਪੂਰੀਆਂ ਰਹਿੰਦੀਆਂ ਹਨ। ਆਤਮਿਕ ਆਨੰਦ ਕੋਲ ਰਹਿਣ ਨਾਲ ਚਿੰਤਾ ਕਦੇ ਵੀ ਜ਼ੋਰ ਨਹੀਂ ਪਾ ਸਕਦੀ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ। ਰੰਗ ਤਮਾਸ਼ਾ ਪੂਰਨ ਆਸਾ, ਕਬਹਿ ਨਾ ਵਿਆਪੇ ਚਿੰਤਾ। ਇਹ ਦਿੱਤੀ ਹੋਈ ਅਸੀਸ ਨੂੰ ਪੜ੍ਹ ਕੇ ਇਹ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਜੀ ਦਾ ਜੀਵਨ ਕਿਵੇਂ ਸਵਾਰਿਆ ਢਾਲਿਆ ਜਾ ਰਿਹਾ ਸੀ। ਉਹ ਨਾਮ ਦੀ ਮੂਰਤ, ਰਜਾ ਦੀ ਸੂਰਤ, ਕੀਰਤਨ ਦੇ ਭੰਡਾਰ, ਬਾਣੀ ਦੇ ਬੋਹਿਤ, ਸਦਾ ਆਤਮਿਕ ਆਨੰਦ ਵਿੱਚ ਅਤੇ ਉਸ ਖੇੜੇ ਵਿੱਚ ਰਹੇ ਜਿਸ ਨੂੰ ਅਬਿਨਾਸੀ ਖੇਮ ਕਿਹਾ ਜਾਂਦਾ ਹੈ।
ਮਾਤਾ ਭਾਨੀ ਜੀ ਜੇ ਰਜਾ ਦੀ ਮੂਰਤ ਸਨ ਤਾਂ ਗੁਰੂ ਰਾਮਦਾਸ ਜੀ ਨਿਮਰਤਾ ਦੇ ਪੁੰਜ ਸਨ। ਰਿਸ਼ਤੇ ਵਿੱਚ ਆਪ ਗੁਰੂ ਅਮਰਦਾਸ ਜੀ ਦੇ ਦਮਾਦ ਸਨ, ਪਰ ਰਿਸ਼ਤੇ ਵਿੱਚ ਜਵਾਈ ਹੁੰਦਿਆਂ ਆਪ ਜੀ ਨੇ ਲਗਾਤਾਰ 27 ਵਰ੍ਹੇ ਜੋ ਗੁਰੂ ਘਰ, ਸੰਗਤਾਂ, ਬੌਲੀ ਸਾਹਿਬ ਅਤੇ ਹੋਰ ਸੇਵਾ ਕੀਤੀ। ਉਸ ਤੋਂ ਪ੍ਰਗਟ ਹੁੰਦਾ ਹੈ ਕਿ ਦੁਨਿਆਵੀ ਸੰਬੰਧਾਂ ਨੂੰ ਗੁਰੂ ਜੀ ਨੇ ਰਿਸ਼ਤੇ ਸਾਵੇਂ ਕੋਈ ਥਾਂ ਨਹੀਂ ਸੀ ਦਿੱਤੀ। ਕਿਆ ਸੋਹਣਾ ਲਿਖਿਆ ਹੈ ਬੰਸਾਵਲੀ ਨਾਮਾਂ ਵਾਲੇ ਨੇ ਕਿ ਸਾਕ ਨਾ ਜਾਤਾ ਹਿਰਦੇ ਰੱਖਿਆ ਸੇਵਕੀ ਭਾਉ, ਚੰਚਲਾਈ ਚਤਰਾਈ ਨਾ ਖੇਡਣ ਹੱਸਣ ਦਾ ਚਾਉ, ਪ੍ਰੀਤ ਚਰਨਾਂ ਦੀ ਸੇਵਕੀ ਰੱਖੀ, ਬਿਨ ਸਤਿਗੁਰ ਹੋਰ ਨਾ ਦੇਖਣਾ ਅੱਖੀ, ਬਰਸ 28 ਸੇਵਕੀ ਕੀਤੀ ਸਹੁਰੇ ਨਾ ਜਾਤੇ। ਜਦ ਕਿਸੇ ਸ਼ਰੀਕ ਨੇ ਆ ਕੇ ਕੁਝ ਕਿਹਾ ਤਾਂ ਆਪ ਜੀ ਨੇ ਮੂੰਹ ਤੋੜ ਜਵਾਬ ਦਿੱਤਾ ਕਿ ਉਹ ਕੀ ਜਾਣਦੇ ਹਨ ਸਿੱਖੀ ਰਿਸ਼ਤੇ ਨੂੰ। ਪਿਤਾ ਦੀ ਕਮਾਈ ਬੇਟੇ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਸੀ। ਭੱਟਾ ਨੇ ਗੁਰੂ ਅਰਜਨ ਦੇਵ ਜੀ ਦੀ ਉਪਮਾ ਵਿੱਚ ਉਚਾਰਿਆ ਹੈ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹ ਨਿਰਾ ਉਪਮਾ ਵਾਕ ਨਹੀਂ, ਇਤਿਹਾਸਿਕ ਸੱਚਾਈ ਹੈ। ਗੁਰੂ ਅਰਜਨ ਦੇਵ ਜੀ ਪਹਿਲੇ ਗੁਰੂ ਸਨ ਜੋ ਗੁਰੂ ਸਵਾਰੇ ਵਾਤਾਵਰਨ ਵਿੱਚ ਪਲ ਰਹੇ ਸਨ। ਗੁਰੂ ਅੰਗਦ ਦੇਵ ਜੀ ਭਾਈ ਲਹਿਣਾ ਦੇ ਰੂਪ ਵਿੱਚ ਕਰਤਾਰਪੁਰ ਗੁਰੂ ਨਾਨਕ ਦੇਵ ਜੀ ਕੋਲ 17 ਸਾਲ ਦੀ ਆਯੂ ਵਿੱਚ ਆਏ ਸਨ। ਪਹਿਲਾਂ ਉਹ ਦੇਵੀ ਪੂਜ ਸਨ, ਜਗਰਾਤੇ ਕਰਾਉਂਦੇ ਅਤੇ ਜਾਗੇ ਰੱਖਦੇ ਸਨ। ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪਾ ਕੇ ਪਹਿਲਾਂ ਅੰਗੇ ਗਏ ਅਤੇ ਫਿਰ ਅੰਗੇ ਖੁਦ ਗੁਰੂ ਅੰਗਦ ਸਾਹਿਬ ਬਣੇ। ਇਸ ਤਰ੍ਹਾਂ ਗੁਰੂ ਅਮਰਦਾਸ ਜੀ 62 ਸਾਲ ਦੀ ਉਮਰ ਵਿੱਚ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਕੋਲ ਆਏ ਸਨ। ਜਵਾਨੀ ਦੇ ਪਿੱਛੋਂ ਦੇ ਕਈ ਸਾਲ ਤੀਰਥਾਂ ਦੇ ਇਸ਼ਨਾਨ ਅਤੇ ਕਰਮ ਕਾਂਡਾਂ ਕਰਦਿਆਂ ਹੀ ਗੁਜ਼ਾਰ ਦਿੱਤੇ। ਖਡੂਰ ਸਾਹਿਬ ਇੱਕ ਐਸੀ ਘਾਲ ਘਲੀ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਉਹਨਾਂ ਨੂੰ ਪ੍ਰਾਪਤ ਹੋਈ। ਉਸ ਸਮੇਂ ਉਹਨਾਂ ਦੀ ਉਮਰ 74 ਕੁ ਸਾਲਾਂ ਦੀ ਸੀ। ਗੁਰੂ ਰਾਮਦਾਸ ਜੀ ਗੋਇੰਦਵਾਲ 11 ਸਾਲ ਦੀ ਉਮਰ ਵਿੱਚ ਆਏ ਸਨ ਅਤੇ ਨਦਰ ਕਰਮ ਬਹੁਤ ਪਿੱਛੋਂ ਜਾ ਕੇ ਹੋਈ ਸੀ। ਨਿਰੋਲ ਗੁਰੂ ਅਰਜਨ ਦੇਵ ਜੀ ਹੀ ਸਨ ਜਿਨ੍ਹਾਂ ਨੂੰ ਜਨਮ ਤੋਂ ਹੀ ਗੁਰੂ ਨਾਨਾ ਗੁਰੂ ਅਮਰਦਾਸ ਜੀ ਦੀ ਗੋਦ ਪ੍ਰਾਪਤ ਸੀ। ਇੱਕ ਤਾਂ ਗੋਇੰਦਵਾਲ ਉਂਝ ਹੀ ਗੋਬਿੰਦਪੁਰੀ ਸਮ ਸੀ, ਦੂਜੇ ਸੇਵਾ ਦਾ ਐਸਾ ਮਹਾਨ ਕੁੰਭ ਲੱਗਾ ਰਹਿੰਦਾ ਸੀ ਕਿ ਆਈਆਂ ਸੰਗਤਾਂ ਜਨਮ ਜਨਮ ਦੀ ਲੱਗੀ ਮੈਲ ਕੱਟ ਜਾਂਦੀਆਂ ਸਨ। ਇਸੇ ਤਰ੍ਹਾਂ ਅਰਜਨ ਦੇਵ ਜੀ ਅਸੀਸਾਂ ਤੇ ਵਰ ਪ੍ਰਾਪਤ ਕਰ ਰਹੇ ਸਨ। ਇੱਕ ਹੋਰ ਐਸੀ ਸਾਖੀ ਵੀ ਆਉਂਦੀ ਹੈ ਕਿ ਇੱਕ ਵਾਰ ਰਿੜ੍ਹਦੇ ਬਾਲਕ ਗੁਰੂ ਅਰਜਨ ਲੰਗਰ ਵਿੱਚ ਆ ਗਏ। ਗੁਰੂ ਅਮਰਦਾਸ ਜੀ ਨੂੰ ਪ੍ਰਸ਼ਾਦ ਛਕਦੇ ਵੇਖ ਉਹਨਾਂ ਪਾਸ ਪੁੱਜੇ ਅਤੇ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਇੱਕ ਥਾਂ ਤੇ ਪਿਆ ਓਗਰਾ ਉਰਾਂ ਪਰਾਂ ਖਿਲਾਰਨ ਲੱਗ ਪਏ। ਸੇਵਾਦਾਰਾਂ ਨੇ ਵੇਖਦੇ ਸਾਰ ਬਾਲਕ ਅਰਜਨ ਨੂੰ ਉਠਾ ਲਿਆ ਅਤੇ ਬਾਹਰ ਬਰਾਂਡੇ ਵਿੱਚ ਛੱਡ ਆਇਆ। ਥੋੜ੍ਹੀ ਦੇਰ ਬਾਅਦ ਹੀ ਗੁਰੂ ਅਰਜਨ ਦੇਵ ਫਿਰ ਉਸੇ ਥਾਂ ਲੰਗਰ ਵਿੱਚ ਆ ਗਏ ਅਤੇ ਹੋਰ ਲਿਆਂਦੇ ਥਾਲ ਵਿੱਚ ਪਏ ਪ੍ਰਸ਼ਾਦ ਨੂੰ ਖਲੇਰਨ ਲੱਗ ਪਏ। ਹੁਣ ਜਦ ਸੇਵਾਦਾਰ ਬਾਲਕ ਅਰਜਨ ਨੂੰ ਉਠਾ ਕੇ ਲੈ ਜਾਣ ਲੱਗਾ ਤਾਂ ਗੁਰੂ ਅਮਰਦਾਸ ਨੇ ਆਪ ਨੂੰ ਆਪਣੀ ਗੋਦ ਵਿੱਚ ਬਿਠਾ ਲਿਆ ਤੇ ਬਚਨ ਕੀਤਾ, ਠਹਿਰ ਓਏ ਥਾਲ ਦਿਆ ਮਾਲਕਾ। ਇਹ ਸਾਰੀ ਸਾਖੀ ਅਤੇ ਬਚਨ ਗੁਰੂ ਅਰਜਨ ਦੇਵ ਜੀ ਦੇ ਸੁਭਾਅ ਕਰਮ ਦਰੜਾ ਰਹੇ ਸਨ। ਥਾਲ ਵਿੱਚ ਪਈ ਹੋਈ ਵਸਤੂ ਇੱਕ ਲਈ ਨਹੀਂ ਸਭਨਾਂ ਲਈ ਹੈ। ਇਹ ਗੁਣ ਨੂੰ ਦੇਖ ਕੇ ਭੱਟਾ ਨੇ ਉਚਾਰਿਆ ਸੀ, ਜਗ ਤਾਰਨ ਕੋ ਅਵਤਾਰ ਬਣਾਇਓ। ਆਪ ਨੇ ਜਦ ਜਗਤ ਉਧਾਰ ਲਈ ਇੱਕ ਥਾਲ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਪਰੋਸ ਕੇ ਲੋਕਾਈ ਸਾਹਮਣੇ ਰੱਖਿਆ ਤਾਂ ਉਸ ਦਾ ਧੁਰਾ ਵੀ ਸਬਸ ਉਧਾਰੋ ਸੀ। ਗੁਰਮੁਖੀ ਅੱਖਰ ਗੁਰੂ ਅਰਜਨ ਦੇਵ ਜੀ ਨੇ ਆਪਣੇ ਨਾਨੇ ਗੁਰੂ ਅਮਰਦਾਸ ਜੀ ਕੋਲੋਂ ਸਿੱਖੇ। ਦੇਖ ਰੇਖ ਬਾਬਾ ਬੁੱਢਾ ਜੀ ਦੀ ਸੀ। ਮੋਰੀ ਜੀ ਨੇ ਗਣਿਤ ਅਤੇ ਹੋਰ ਵਿੱਦਿਆ ਸਿਖਾਈ। ਆਪ ਜੀ ਦੇ ਸਹਿਪਾਠੀ ਭਾਈ ਗੁਰਦਾਸ ਜੀ ਅਤੇ ਭਾਈ ਸਾਵਣ ਮੱਲ ਸਨ। ਦੇਵਨਾਗਰੀ ਪਿੰਡ ਦੀ 4 ਸਾਲ ਤੋਂ ਪਾਂਧੇ ਪਾਸੋਂ ਸਿੱਖੀ। ਫਾਰਸੀ ਅੱਖਰ ਪਿੰਡ ਦੇ ਮਕਤਬ ਵਿੱਚੋਂ ਸਿੱਖੇ। ਸੰਸਕ੍ਰਿਤ ਦਾ ਗਿਆਨ ਪੰਡਤ ਬੇਣੀ ਪਾਸੋਂ ਪ੍ਰਾਪਤ ਕੀਤਾ। ਇਹ ਉਹ ਹੀ ਬੇਣੀ ਹੈ ਜਿਸ ਨੂੰ ਪਹਿਲਾਂ ਵਿੱਦਿਆ ਦਾ ਬਹੁਤ ਹੰਕਾਰ ਸੀ, ਪਰ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਆਉਣ ਨਾਲ ਗੁਰਸਿੱਖ ਹੋਇਆ। ਬਾਬਾ ਮੋਹਨ ਜੀ ਨੇ ਇਹਨਾਂ ਨੂੰ ਧਿਆਨ ਜੋੜਨ ਦੀ ਵਿਧੀ ਬਚਪਨ ਵਿੱਚ ਹੀ ਸਿਖਲਾ ਦਿੱਤੀ ਸੀ। ਦੁਨਿਆਵੀ ਅਤੇ ਪਰਮਾਰਥ ਗਿਆਨ ਉਹਨਾਂ ਛੋਟੀ ਉਮਰੇ ਹੀ ਪ੍ਰਾਪਤ ਕਰ ਲਿਆ। ਕੀਰਤਨ ਗੁਰੂ ਅਰਜਨ ਦੇਵ ਜੀ ਆਪੇ ਕਰਨ ਲੱਗ ਪਏ ਸਨ। ਸਰਮਾਇਆ ਇਸ਼ਰਤ ਦੇ ਲਿਖਾਰੀ ਨੇ ਲਿਖਿਆ ਹੈ ਕਿ ਗੁਰੂ ਅਰਜਨ ਦੇਵ ਜੀ ਸਰਿੰਦਾ ਬਹੁਤ ਸੁੰਦਰ ਵਜਾਉਂਦੇ ਸਨ। ਰਾਗਾਂ ਦੇ ਕਿਤਨੇ ਮਾਹਿਰ ਸਨ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਰਾਗਾਂ ਦੇ ਵੱਖ-ਵੱਖ ਭੇਦਾਂ ਤੋਂ ਜਾਣਿਆ ਜਾ ਸਕਦਾ ਹੈ। ਗੁਰੂ ਅਰਜਨ ਦੇਵ ਦਾ ਸੁਖਮਣੀ ਸਾਹਿਬ ਵਿੱਚ ਬਹੁਤ ਸ਼ਾਸਤਰ, ਬਹੁਤ ਸਮ੍ਰਿਤੀ, ਪੇਖੇ ਸਰਬ ਢੰਡੋਲ ਦਾ ਵਰਣਨ ਕਰਨਾ ਅਤੇ ਹੋਰ ਥਾਵਾਂ ਤੇ
ਕਿ ਇਹ ਕਰਮ ਅਨੇਕਾਂ ਦਾ ਸੰਕੇਤ ਦੇਣਾ, ਕਤੇਬ ਕੁਰਾਨ ਦਾ ਸਾਰ ਕੁਝ ਕੁ ਤੁਕਾਂ ਵਿੱਚ ਹੀ ਦੇ ਦੇਣਾ ਪ੍ਰਗਟ ਕਰਨ ਲਈ ਕਾਫੀ ਹੈ ਕਿ ਉਹ ਹਰ ਵਿਦਿਆ 'ਤੇ ਪੂਰਾ ਕਾਬੂ ਪਾ ਚੁੱਕੇ ਸਨ। ਵੱਖ-ਵੱਖ ਬੋਲੀਆਂ ਨੂੰ ਉਸੇ ਮੁਹਾਵਰੇ ਲਈ ਵਰਤਣਾ ਵੀ ਪ੍ਰਗਟਾਉਂਦਾ ਹੈ ਕਿ ਭਾਸ਼ਾਵਾਂ ਦੇ ਅੰਤਰੀਵ ਭਾਵ ਨੂੰ ਜਾਣ ਗਏ ਸਨ। ਆਪ ਜੀ ਇੱਕ ਨਿਪੁੰਨ ਚਿੱਤਰਕਾਰ ਵੀ ਸਨ। ਲਾਹੌਰ ਤੋਂ ਜਦ ਆਪ ਜੀ ਨੇ ਗੁਰਪਿਤਾ ਨੂੰ ਪਾਤੀ ਲਿਖੀ ਸੀ ਕਿ ਕੇਵਲ ਕਾਗਜ਼ 'ਤੇ ਪਪੀਹੇ ਦੀ ਮੂਰਤ ਬਣਾ ਕੇ ਭੇਜੀ ਸੀ, ਇੱਧਰੋਂ ਗੁਰੂ ਰਾਮਦਾਸ ਜੀ ਨੇ ਮੇਘਲਾ ਦਾ ਚਿੱਤਰ ਬਣਾ ਕੇ ਭੇਜਿਆ ਸੀ, ਜੋ ਇਸ ਗੱਲ ਦਾ ਪ੍ਰਗਟਾਵਾ ਕਰ ਰਿਹਾ ਸੀ ਕਿ ਮੇਘ ਦੇ ਵਰਨ ਨਾਲ ਹੀ ਪਪੀਹੇ ਨੂੰ ਸਵਾਂਤ ਬੂੰਦ ਮਿਲੇਗੀ। ਉਸਾਰੀ ਦੇ ਕਾਰਜਾਂ ਵਿੱਚ ਸੇਵਾ ਕਰਕੇ ਪੂਰਾ ਹਿੱਸਾ ਲੈ ਰਹੇ ਸਨ। ਆਪ ਜੀ ਉਸਾਰੀ ਕਲਾ, ਸ਼ਿਲਪ ਕਲਾ ਵਿੱਚ ਵੀ ਨਿਪੁੰਨ ਹੋ ਗਏ ਸਨ। ਹਰਿਮੰਦਰ ਸਾਹਿਬ, ਤਰਨ ਤਾਰਨ, ਲਾਹੌਰ, ਡੱਬੀ ਬਾਜ਼ਾਰ ਅਤੇ ਬੌਲੀ ਸਾਹਿਬ ਅਤੇ ਦੀਵਾਨ ਖਾਨਾ, ਨਗਰ ਤਰਨ ਤਾਰਨ, ਕਰਤਾਰਪੁਰ, ਸ਼੍ਰੀ ਅੰਮ੍ਰਿਤਸਰ ਤੇ ਖਾਸ ਕਰ ਕਰਤਾਰਪੁਰ ਦਾ ਸ਼ੀਸ਼ ਮਹਿਲ ਤੇ ਲਗਾਏ ਬਾਗ ਢੁਕਵੀਆਂ ਉਦਾਹਰਨਾਂ ਹਨ। ਘੋੜ ਸਵਾਰੀ ਦੇ ਗੁਰੂ ਜੀ ਮਾਹਿਰ ਸਨ। ਨੇਜਾਬਾਜੀ ਉਹਨਾਂ ਵਰਗੀ ਕੋਈ ਨਹੀਂ ਸੀ ਕਰ ਸਕਦਾ। ਇਸ ਦਾ ਚਮਤਕਾਰ ਸਭ ਨੇ ਉਸ ਸਮੇਂ ਡਿੱਠਾ ਜਦ ਪਿੰਡ ਮਾਊ ਵਾਲਿਆਂ ਕਿਹਾ ਕਿ ਸਾਡੀ ਰੀਤ ਹੈ ਕਿ ਵਿਆਹੁਣ ਵਾਲੇ ਲੜਕੇ ਨੂੰ ਨੇਜਾਬਾਜੀ ਕਰਕੇ ਡੱਬੀ ਕਿੱਲੀ ਪੁੱਟਣੀ ਪੈਂਦੀ ਹੈ। ਪਿੰਡ ਵਾਲਿਆਂ ਚਲਾਕੀ ਇਹ ਕੀਤੀ ਕਿ ਜੰਡ ਦੇ ਦਰਖਤ ਨੂੰ ਕੱਟ ਕੇ ਕਿੱਲੀ ਜਿਹੀ ਬਣਾ ਦਿੱਤੀ ਸੀ, ਜਿਸ ਦੀਆਂ ਜੜ੍ਹਾਂ ਡੂੰਘੀਆਂ ਸਨ। ਗੁਰੂ ਅਰਜਨ ਦੇਵ ਜੀ ਨੇ ਇੱਕੋ ਹੱਲੇ ਵਿੱਚ ਕਿੱਲੀ ਨੁਮਾ ਜੰਡ ਨੂੰ ਜੜੋਂ ਉਖਾੜ ਦਿੱਤਾ ਸੀ। ਇਤਨਾ ਕੁਝ ਪ੍ਰਾਪਤ ਕਰਕੇ ਨਿਮਰਤਾ ਹੱਥੋਂ ਨਾ ਛੱਡੀ। ਲੰਗਰ ਦੇ ਜੂਠੇ ਬਰਤਨ ਆਪੂ ਸਾਫ਼ ਕਰਦੇ, ਸੰਗਤਾਂ ਦੀ ਰਾਤ ਨੂੰ ਮੁੱਠੀ ਚਾਪੀ ਕਰਦੇ ਅਤੇ ਹੱਥੀਂ ਸੇਵਾ ਕਰਕੇ ਖੁਸ਼ ਹੁੰਦੇ। ਗੁਰੂ ਅਮਰਦਾਸ ਜੀ ਜਿਵੇਂ ਸਿੱਖੀ ਦੇ ਬੂਟੇ ਦੀ ਸੰਭਾਲ ਕਰ ਰਹੇ ਸਨ ਅਤੇ ਨਵੇਂ ਪੇੜ ਮੱਲ ਰਹੇ ਸਨ, ਉਸ ਨੂੰ ਚੰਗੀ ਤਰ੍ਹਾਂ ਗੁਰੂ ਅਰਜਨ ਦੇਵ ਜੀ ਜਾਣ ਸਮਝ ਗਏ ਸਨ। ਗੁਰੂ ਅਮਰਦਾਸ ਜੀ ਆਪੂ ਆਨੰਦ ਸਰੂਪ ਸਨ ਅਤੇ ਐਸੇ ਉਪਰਾਲੇ ਕੀਤੇ ਸਨ ਕਿ ਗੋਇੰਦਵਾਲ ਸੱਚਮੁੱਚ ਹੀ ਗੋਬਿੰਦਪੁਰੀ ਸਾਮ ਹੋ ਗਿਆ। ਉੱਥੇ ਨਾ ਜਾਤ ਪਾਤ ਦਾ ਵਿਤਕਰਾ ਸੀ, ਨਾ ਕਿਸੇ ਨੂੰ ਭੁੱਖ ਤ੍ਰੇਹ ਸਤਾਉਂਦੀ ਸੀ, ਨਾ ਕੋਈ ਰੋਗੀ ਸੀ, ਨਾ ਕਿਸੇ ਨੂੰ ਜਵਾਨੀ ਵਿੱਚ ਮੌਤ ਦਾ ਦੁੱਖ ਸਤਾਉਂਦਾ ਸੀ। ਕਿਸੇ ਚੋਰ, ਡਾਕੇ, ਧਾੜਵੀ, ਠੱਗ ਜਾਂ ਬਿਪਤਾ ਦਾ ਭੈ ਨਹੀਂ ਸੀ। ਵਿਧਵਾ ਨੂੰ ਕਦੇ ਕਿਸੇ ਰੋਂਦੇ ਗੋਇੰਦਵਾਲ ਨਹੀਂ ਸੀ ਸੁਣਿਆ। ਸਗੋਂ ਕਿਧਰੇ ਕੋਈ ਵਿਧਵਾ ਹੋਈ ਵੀ ਤਾਂ ਗੁਰੂ ਜੀ ਨੇ ਗੋਇੰਦਵਾਲ ਬੁਲਾ ਕੇ ਵਰ ਢੂੰਡ ਵਿਆਹ ਕਰਾ ਦਿੱਤਾ। ਮਹਿਮਾ ਪ੍ਰਕਾਸ਼ ਨੇ ਬਹੁਤ ਸੁੰਦਰ ਲਿਖਿਆ ਹੈ, ਰਾਜ ਗੁਰ ਅਮਰਦਾਸ ਜੀ ਦਾ ਆਹ, ਨਾ ਕੋਈ ਬੈਠੇ ਵਿਧਵਾ, ਨਾ ਪਿਤਾ ਅੱਗੇ ਪੁੱਤ ਫਨਾ, ਚੋਰ ਧਾੜ ਜਲ ਅਗਨ ਔੜ, ਕੁਛ ਬਿਗਨ ਨਾ ਹੋਈ, ਜਗਤ ਮੈਂ ਚੈਨ ਆਰਾਮ, ਦੁਖੀ ਰਹੇ ਨਾ ਕੋਈ। ਬੰਸਾ ਵਾਲੀ ਨਾਮਾਂ ਦੀ ਵੀ ਗਵਾਹੀ ਹੈ। ਬਚਨ ਕੀਤਾ ਗੁਰ ਕੇ ਰਾਜ ਵਿੱਚ ਮਾਪਿਆਂ ਅੱਗੇ ਪੁੱਤ ਨਾ ਮਰਸੀ, ਵਿਧਵਾ ਨਾਰ ਨਾ ਸਤਿਗੁਰ ਕਰਸੀ। ਗੁਰੂ ਅਰਜਨ ਦੇਵ ਜੀ ਨੇ ਨਾਨਕ ਗੁਰੂ ਜੀ ਦੀ ਗੋਦ ਵਿੱਚ ਬੈਠ ਕੇ ਇਹ ਵੀ ਜਾਣ ਗਏ ਸਨ ਕਿ ਸਾਰਾ ਜ਼ੋਰ ਸ਼ਬਦ ਵਿਚਾਰ ਤੇ ਹੀ ਦਿੱਤਾ ਜਾ ਰਿਹਾ ਹੈ। ਇਸ ਧਰਮ ਵਿੱਚ ਮੂਰਤੀ ਪੂਜਾ ਜਾਂ ਬੁੱਤ ਪੂਜਾ ਦੀ ਕੋਈ ਗੁੰਜਾਇਸ਼ ਨਹੀਂ। ਇਹ ਭਗਤੀ ਨਿਰਾਲੀ ਅੱਲਾ ਦੀ ਹੈ। ਫਿਰ ਜਗਤ ਸੰਬੰਧੀ ਵੀ ਬਿਲਕੁਲ ਨਰੋਏ ਅਤੇ ਵੱਖਰੇ ਖਿਆਲ ਗੁਰੂ ਜੀ ਦੇ ਰਹੇ ਸਨ। ਇਸ ਗੱਲ ਦੀ ਪ੍ਰਤੀਤੀ ਵੀ ਕਰਵਾ ਰਹੇ ਸਨ ਕਿ ਗ੍ਰਹਿਸਤ ਦੇ ਫਰਜ਼ ਨਿਭਾਉਂਦਿਆਂ ਹੋਇਆਂ ਉਦਾਸ ਬਿਰਤੀ ਦੁਆਰਾ ਮਾਇਆ ਦੀ ਪਕੜ ਤੋਂ ਉੱਤੇ ਰਹਿਣਾ ਹੈ। ਗ੍ਰਹਿ ਕੁਟੁੰਬ ਮਹਿ ਸਦਾ ਉਦਾਸ ਉਹਨਾਂ ਦਾ ਮੁੱਖ ਵਾਕ ਸੀ। ਸ਼ਾਸਤਰ ਸੰਸਾਰ ਨੂੰ ਦੁੱਖ ਹੀ ਸਮਝਦੇ ਹਨ। ਸ਼ਾਸਤਰਾਂ ਦਾ ਕਹਿਣਾ ਹੈ ਕਿ ਅਸਲ ਸੁੱਖ ਵਿਸ਼ਨੂੰ ਦੇ ਪਰਮ ਧਾਮ ਵਿੱਚ ਹੈ, ਇਸ ਜਗਤ ਵਿੱਚ ਨਹੀਂ। ਆਪ ਜੀ ਇਹ ਦ੍ਰਿੜਾ ਰਹੇ ਸਨ ਕਿ ਅੱਲਾ ਦੀ ਨਿਰਾਲੀ ਭਗਤੀ ਨਾਲ ਜਗਤ ਸੰਬੰਧੀ ਵੀ ਦ੍ਰਿਸ਼ਟੀ ਬਦਲ ਜਾਂਦੀ ਹੈ। ਆਪ ਜੀ ਦਾ ਫਰਮਾਨ ਸੀ, ਆਪ ਬਸੰਤ ਜਗਤ ਸਭ ਵਾੜੀ, ਨਾਨਕ ਪੂਰੇ ਭਾਗ ਭਗਤ ਨਿਰਾਲੀ। ਫਿਰ ਆਪ ਜੀ ਜਿਹੜੀ ਘਾਲ ਸਿੱਖਾਂ ਨੂੰ ਦ੍ਰਿੜਾ ਰਹੇ ਸਨ, ਗੁਰੂ ਅਰਜਨ ਦੇਵ ਜੀ ਉਸ ਨੂੰ ਅਪਣਾ ਕੇ ਦੱਸ ਵੀ ਰਹੇ ਸਨ। ਰਹਿਣੀ ਬਹਿਣੀ ਬਾਰੇ ਉਪਦੇਸ਼ ਮਹਿਮਾ ਪ੍ਰਕਾਸ਼ ਨੇ ਇੰਜ ਦਰਸਾਇਆ ਹੈ, ਸੁਨ ਬਿਨੇ ਸੰਗਤ ਪ੍ਰਭ ਕਰਨ ਧਾਰ, ਗੁਰਬਚਨ ਦ੍ਰਿੜੇ ਸੇ ਮਮ ਸਿੱਖ ਪਿਆਰ, ਪਹਿਰ ਰਾਤ ਪਿਛਲੀ ਜਬ ਰਹੇ, ਕਰ ਇਸ਼ਨਾਨ ਇਕੰਤ ਹੋਏ ਬਹਿ, ਗੁਰੂ ਸਰੂਪ ਹਿਰਦੇ ਮੈਂ ਧਰੇ, ਗੁਰਬਾਣੀ ਮਨ ਮਹਿ ਵਿਚਾਰੇ, ਮਨ ਦ੍ਰਿੜ ਸੂਰਤ ਇਕਾਗਰ ਰਾਖੇ, ਪਰ ਨਿੰਦਾ ਝੂਠ ਕਬੂ ਨਹੀਂ ਭਾਖੇ। ਸਿੱਖੀ ਦੇ ਫਲਾਅ ਨੂੰ ਇੱਕੋ ਜਿਹਾ ਸਿੱਖਿਆ ਜਲ ਪਹੁੰਚਾਉਣ ਲਈ ਮੰਜੀਆਂ ਦੀ ਸਥਾਪਨਾ ਅਤੇ ਸਿੱਖਾਂ ਵੱਲੋਂ ਕੀਤੀ ਜਾ ਰਹੀ ਘਾਲ ਗੁਰੂ ਅਰਜਨ ਦੇਵ ਜੀ ਆਪੂ ਦੇਖ ਰਹੇ ਸਨ ਅਤੇ ਪਿਤਾ ਦੀ ਕੀਤੀ ਘਾਲ ਨਾਲ ਤਾਂ ਅਮਿੱਟ ਛਾਪ ਬਾਲਕ ਅਰਜਨ ਤੇ ਪੈ ਰਹੀ ਸੀ। ਫਿਰ ਉਹ ਇਹ ਵੀ ਦੇਖ ਰਹੇ ਸਨ ਕਿ ਇਤਨਾ ਪ੍ਰਤਾਪ ਤੇਜ ਬਲ ਹੁੰਦਿਆਂ ਗੁਰੂ ਜੀ ਨਿਮਰਤਾ ਵਿੱਚ ਕਿਵੇਂ ਵਿਚਰਦੇ ਰਹਿੰਦੇ ਹਨ ਅਤੇ ਸੰਸਾਰੀ ਸੁੱਖ ਆਪ ਜੀ ਦੇ ਪਿੱਛੇ ਭੱਜਦੇ ਹਨ।
पर गुरु अमरदास जी किरत करके ही प्रसाद छकदे सन। गुरु नानक देव जी पूरने पा रहे सन। गुरु अंगद देव जी उन्हां ते ही टुरदे रहे। गुरु अंगद देव जी वाण वट के गुजारा करदे। गवाही है वाण वट करन गुजरान, बिना अपनी किरत पान न खान। लतीफ ने लिखिया है कि गुरु अमरदास जी भी लूण तेल दी हट्टी पा गुजारे लई किरत करदे सन। गुरु अर्जन देव जी दी जद आर्थिक दीन दशा भाई गुरदास जी ने देखी सी तां गुरु जी ने यह वचन कीते सन, गुरता कुछ धन हित नहीं लीनी। गुरु दरबार विच राजिਆਂ ਅਤੇ ਸ਼ਾਹਾਂ ਨੂੰ ਝੁਕਦੇ गुरु अर्जन देव जी देख रहे सन। जद अकबर गुरु दरबार हाजरी भरन आया तो उस समय आप जी की आयु केवल 10 साल की सी। सारे वार्तालाप आप जी ने कन्नी सुने सन। जद अकबर ने कहा सी, फकीर साईं कुछ कह फरमाया, तो आप जी ने वचन किया, चाह कुछ नहीं हमारे। यह गुरु अर्जन देव भावक बालक मन ते उकरिया जा रहा सी कि जिस ने भी यह गुरगद्दी की जिम्मेवारी उठाउणी है उस नूं दुनिया तो बेमुहताज होना पैना है। कनिंगम का कहना है कि गुरु अमरदास जी नूं भी शील अकबर विच एक सुरत वाले सरोते की झात पई सी। बौली साज जिवें जात पात जड़ों ही उखेड़ दिती सी, उसका प्रभाव भी अमिट सी। फिर जिस सहज भंगूड़े झूल गुरु अमरदास जी ज्योति जोत समाए सन, उसका दृश्य अखां सामने रहा। गुरु अमरदास जी का अंतिम उपदेश, मत मैं पीछे कोई रोव सी, सो मैं मूल न पाया, अते मैं पीछे कीर्तन करे हो निर्वाण जियो, गुरु अर्जन देव जी नूं कदे न भुले। ਗਿਆਨੀ ਗਿਆਨ ਸਿੰਘ जी ने इन्हां 11 सालों के प्रभाव बारे लिखिया है कि गुरु अर्जन देव जी इस वातावरण विच रह गुरु गोद विच पल एक धीर जी दूर अंदेशी सतोगुणी अते सर्ब प्रकार ईश्वरी बुद्ध वाले पुरुष बन गए। ਉਹ जान गए सन कि गुरगद्दी कुछ ग्रहण करना नहीं सगों देना है। अपने सुखां विचों दान संगतां नूं प्रभु प्रेम विच लगा के पापां तो दूर करना है। गुरु अमरदास जी ने अपने हत्थीं गुरगद्दी की जिम्मेवारी गुरु रामदास जी नूं 1 सितंबर 1514 नूं दित्ती। बाबा मोहन जी कुछ रिसाए पिछों चुप कर गए अते एकांतवास हो गए। बाबा मोहरी ने गुरु पिता के हुक्म अगे सिर निवाया। पहले गुरु साहिबान वांग ही जिवें गुरु नानक देव जी ने गुरु अंगद देव जी नूं खडूर वसन ते वसाउण, गुरु अंगद देव जी ने गुरु अमरदास नूं खडूर छड्ड गोइंदवाल जोत जगाउण दा हुक्म दिता सी। इसे तरह गुरु अमरदास जी ने शहर अमृतसर करन दा हुक्म दिता। सो छेती ही गोइंदवाल छड्ड गुरु रामदास जी दे नाल गुरु अर्जन देव जी श्री अमृतसर वसन वसाउण लई आ गए। अज असीं प्रतੱਖ हर जीवनी गुरु अर्जन देव जी किताब दे 26 पन्ने पढ़ चुके हाँ। बाकी दी किताब असीं अगले भाग विच पढ़ांगे। वाहिगुरू जी का खालसा, वाहिगुरू जी की फतेह।